ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਨਜ਼ਰ ਮਾਰਾਂਗੇ ਹਰਿਆਣਾ ਦੀ ਬਿਲਕੁਲ ਨਵੀਂ ਟੀਚਰ ਟ੍ਰਾਂਸਫਰ ਪਾਲਿਸੀ 2025 ਤੇ। ਹਾਂਜੀ, 2023 ਵਾਲੀ ਪਾਲਿਸੀ ਹੁਣ ਪੁਰਾਣੀ ਹੋ ਗਈ ਹੈ। ਉਸ ਦੀ ਥਾਂ ਤੇ ਇਹ ਨਵਾਂ ਸਿਸਟਮ ਆ ਰਿਹਾ ਹੈ ਤੇ ਇਸ ਦਾ ਸਿੱਧਾ ਅਸਰ ਹਰਿਆਣਾ ਦੇ ਹਰ ਸਕੂਲ ਟੀਚਰ ਤੇ ਪੈਣ ਵਾਲਾ ਹੈ। ਦੇਖੋ, ਆਪਾਂ ਜੋ ਵੀ ਗੱਲ ਕਰਾਂਗੇ ਉਹ ਇਸ ਸਰਕਾਰੀ ਨੋਟੀਫਿਕੇਸ਼ਨ ਦੇ ਆਧਾਰ ਤੇ ਹੋਵੇਗੀ। ਇਹ ਦਸਤਾਵੇਜ਼ ਬਿਲਕੁਲ ਸਾਫ਼ ਕਰਦਾ ਹੈ ਕਿ ਪਿਛਲੀ ਪਾਲਿਸੀ ਨੂੰ ਹੁਣ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਤੋਂ ਸਭ ਕੁਝ ਇਸੇ ਨਵੇਂ ਢਾਂਚੇ ਦੇ ਹਿਸਾਬ ਨਾਲ ਚੱਲੇਗਾ। ਤਾਂ ਸਵਾਲ ਉੱਠਦਾ ਹੈ ਕਿ ਇਸ ਨਵੀਂ ਨੀਤੀ ਦਾ ਮਕਸਦ ਕੀ ਹੈ। ਸਰਕਾਰ ਕਹਿੰਦੀ ਹੈ ਕਿ ਇਸ ਦਾ ਮਕਸਦ ਬਿਲਕੁਲ ਸਾਫ਼ ਹੈ। ਪਹਿਲਾ, ਹਰ ਸਕੂਲ ਵਿੱਚ ਲੋੜ ਮੁਤਾਬਕ ਟੀਚਰ ਪਹੁੰਚਾਉਣਾ ਤੇ ਦੂਜਾ, ਪੂਰੇ ਟ੍ਰਾਂਸਫਰ ਸਿਸਟਮ ਨੂੰ ਇੰਨਾ ਪਾਰਦਰਸ਼ੀ ਬਣਾਉਣਾ ਕਿ ਟੀਚਰਾਂ ਦੀ ਆਪਣੇ ਕੰਮ ਪ੍ਰਤੀ ਸੰਤੁਸ਼ਟੀ ਵਧੇ। ਇਹੀ ਉਹ ਬੁਨਿਆਦੀ ਸੋਚ ਹੈ ਜਿਸ ਉੱਤੇ ਇਹ ਸਾਰੇ ਬਦਲਾਅ ਕੀਤੇ ਗਏ ਨੇ। ਚਲੋ ਫਿਰ ਇਸ ਨੀਤੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਪਾਂ ਇਸ ਨੂੰ 5 ਹਿੱਸਿਆਂ ਵਿੱਚ ਵੰਡ ਕੇ ਦੇਖਦੇ ਹਾਂ। ਆਪਾਂ ਗੱਲ ਕਰਾਂਗੇ ਕਿ ਇਸ ਨੀਤੀ 'ਚ ਨਵਾਂ ਕੀ ਹੈ, ਇਸ ਦੇ ਖਾਸ ਸ਼ਬਦਾਂ ਦਾ ਕੀ ਮਤਲਬ ਹੈ, ਸਕੋਰ ਕਿਵੇਂ ਬਣਦਾ ਹੈ, ਟ੍ਰਾਂਸਫਰ ਦੀ ਪੂਰੀ ਪ੍ਰਕਿਰਿਆ ਕੀ ਹੈ ਅਤੇ ਅਖੀਰ ਵਿੱਚ ਕੁਝ ਖਾਸ ਨਿਯਮਾਂ ਬਾਰੇ ਵੀ ਜਾਣਾਂਗੇ। ਤਾਂ ਜਿਵੇਂ ਆਪਾਂ ਗੱਲ ਕੀਤੀ, ਇਸ ਨੀਤੀ ਦਾ ਮੇਨ ਫੋਕਸ ਨਿਰਪੱਖਤਾ ਅਤੇ ਪਾਰਦਰਸ਼ਤਾ ਤੇ ਹੈ, ਪਰ ਇਸ ਨੂੰ ਸਹੀ ਢੰਗ ਨਾਲ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਇਸ ਵਿੱਚ ਵਰਤੀ ਗਈ ਖਾਸ ਭਾਸ਼ਾ ਯਾਨੀ ਇਸ ਦੀ ਸ਼ਬਦਾਵਲੀ ਨੂੰ ਸਮਝਣਾ ਪਵੇਗਾ। ਤਾਂ ਆਓ, ਇਸ ਤੋਂ ਪਹਿਲਾਂ ਕਿ ਆਪਾਂ ਪ੍ਰਕਿਰਿਆ ਦੀਆਂ ਡੂੰਘਾਈਆਂ ਵਿੱਚ ਜਾਈਏ, ਪਹਿਲਾਂ ਕੁਝ ਜ਼ਰੂਰੀ ਪਰਿਭਾਸ਼ਾਵਾਂ ਤੇ ਇੱਕ ਨਜ਼ਰ ਮਾਰ ਲਈਏ, ਕਿਉਂਕਿ ਇਹੀ ਸ਼ਬਦ ਪੂਰੀ ਨੀਤੀ ਦੀ ਨੀਂਹ ਹਨ। ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਸ਼ਬਦ ਹੈ ਕੋਰ ਪੋਸਟ। ਇਸ ਦਾ ਸਿੱਧਾ ਮਤਲਬ ਹੈ ਉਹ ਸਾਰੀਆਂ ਆਮ ਟੀਚਿੰਗ ਦੀਆਂ ਪੋਸਟਾਂ ਜਿਨ੍ਹਾਂ ਤੇ ਇਹ ਨੀਤੀ ਲਾਗੂ ਹੁੰਦੀ ਹੈ। ਜ਼ਿਆਦਾਤਰ ਅਧਿਆਪਕ ਇਸੇ ਕੈਟੇਗਰੀ ਵਿੱਚ ਆਉਂਦੇ ਨੇ। ਅਗਲਾ ਸ਼ਬਦ ਹੈ ਘੱਟੋ-ਘੱਟ ਕਾਰਜਕਾਲ। ਇਹ ਬਹੁਤ ਸੌਖਾ ਹੈ। ਇਸ ਦਾ ਮਤਲਬ ਹੈ ਕਿ ਕਿਸੇ ਵੀ ਟੀਚਰ ਨੂੰ ਟ੍ਰਾਂਸਫਰ ਲਈ ਅਪਲਾਈ ਕਰਨ ਵਾਸਤੇ ਇੱਕ ਸਕੂਲ ਵਿੱਚ ਘੱਟੋ-ਘੱਟ 1 ਸਾਲ ਕੰਮ ਕਰਨਾ ਲਾਜ਼ਮੀ ਹੈ। ਇੱਕ ਹੋਰ ਬਹੁਤ ਅਹਿਮ ਸ਼ਬਦ ਹੈ ਸਰਪਲਸ ਅਧਿਆਪਕ। ਦੇਖੋ, ਜਦੋਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਪੋਸਟਾਂ ਨੂੰ ਰੈਸ਼ਨਲਾਈਜ਼ ਕੀਤਾ ਜਾਂਦਾ ਹੈ ਤਾਂ ਕੁਝ ਟੀਚਰ ਵਾਧੂ ਹੋ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਇਹਨਾਂ ਲਈ ਟ੍ਰਾਂਸਫਰ ਡਰਾਈਵ ਵਿੱਚ ਹਿੱਸਾ ਲੈਣਾ ਕੋਈ ਆਪਸ਼ਨ ਨਹੀਂ ਹੈ, ਇਹ ਲਾਜ਼ਮੀ ਹੈ। ਇਸ ਨੀਤੀ ਵਿੱਚ ਇੱਕ ਖਾਸ ਕੈਟੇਗਰੀ ਵੀ ਹੈ ਜਿਸ ਨੂੰ ਸੁਰੱਖਿਅਤ ਅਧਿਆਪਕ ਕਿਹਾ ਗਿਆ ਹੈ। ਇਹ ਉਹ ਟੀਚਰ ਨੇ ਜਿਨ੍ਹਾਂ ਨੂੰ ਕੁਝ ਖਾਸ ਹਾਲਾਤਾਂ ਵਿੱਚ ਟ੍ਰਾਂਸਫਰ ਤੋਂ ਛੂਟ ਜਾਂ ਸੁਰੱਖਿਆ ਮਿਲਦੀ ਹੈ। ਤਾਂ ਇਸ ਸੁਰੱਖਿਅਤ ਕੈਟੇਗਰੀ ਵਿੱਚ ਕੌਣ-ਕੌਣ ਆਉਂਦਾ ਹੈ? ਪਹਿਲਾ, ਉਹ ਜੋ ਸਾਲ ਦੇ ਅੰਦਰ ਰਿਟਾਇਰ ਹੋ ਰਹੇ ਨੇ। ਦੂਜਾ, ਜੋ ਕਿਸੇ ਗੰਭੀਰ ਬਿਮਾਰੀ ਦਾ ਇਲਾਜ ਕਰਵਾ ਰਹੇ ਨੇ। ਤੀਜਾ, 70% ਤੋਂ ਵੱਧ ਦਿਵਿਆਂਗਤਾ ਵਾਲੇ ਟੀਚਰ। ਅਤੇ ਚੌਥਾ, ਉਹ ਵਿਧਵਾਵਾਂ ਜਿਨ੍ਹਾਂ ਦੇ ਛੋਟੇ ਬੱਚੇ ਹਨ। ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਕਦਮ ਹੈ। ਚਲੋ ਹੁਣ ਗੱਲ ਕਰਦੇ ਹਾਂ ਇਸ ਪਾਲਿਸੀ ਦੇ ਦਿਲ ਦੀ, ਯਾਨੀ ਮੈਰਿਟ ਆਧਾਰਿਤ ਪੁਆਇੰਟ ਸਿਸਟਮ ਦੀ। ਕਿਸੇ ਦੀ ਟ੍ਰਾਂਸਫਰ ਹੋਵੇਗੀ ਜਾਂ ਨਹੀਂ ਤੇ ਕਿਸ ਨੂੰ ਪਹਿਲ ਮਿਲੇਗੀ, ਇਹ ਸਭ ਕੁਝ ਇਸੇ 80 ਪੁਆਇੰਟ ਸਿਸਟਮ ਤੇ ਨਿਰਭਰ ਕਰਦਾ ਹੈ। ਤਾਂ ਕੁੱਲ ਮਿਲਾ ਕੇ ਇੱਕ ਟੀਚਰ ਵੱਧ ਤੋਂ ਵੱਧ 80 ਮੈਰਿਟ ਪੁਆਇੰਟ ਹਾਸਲ ਕਰ ਸਕਦਾ ਹੈ। ਸਾਰੀ ਕੈਲਕੂਲੇਸ਼ਨ, ਸਾਰੀ ਖੇਡ ਇਸੇ 80 ਨੰਬਰ ਦੇ ਆਲੇ-ਦੁਆਲੇ ਘੁੰਮੇਗੀ। ਤਾਂ ਸਵਾਲ ਇਹ ਹੈ ਕਿ ਇਹ 80 ਪੁਆਇੰਟ ਮਿਲਣਗੇ ਕਿਵੇਂ? ਦੇਖੋ, ਇੱਥੇ ਇੱਕ ਬਹੁਤ ਵੱਡੀ ਗੱਲ ਹੈ। ਕੁੱਲ 80 ਵਿੱਚੋਂ 60 ਪੁਆਇੰਟ, ਹਾਂ ਪੂਰੇ 60 ਪੁਆਇੰਟ, ਯਾਨੀ 75% ਦੀ ਵੇਟੇਜ ਸਿਰਫ ਤੇ ਸਿਰਫ ਉਮਰ ਨੂੰ ਦਿੱਤੀ ਗਈ ਹੈ। ਬਾਕੀ ਸਾਰੇ ਫੈਕਟਰ ਉਹ ਸਿਰਫ 20 ਪੁਆਇੰਟਾਂ ਵਿੱਚ ਸਿਮਟ ਜਾਂਦੇ ਨੇ। ਇਸ ਤੋਂ ਬਿਲਕੁਲ ਸਾਫ਼ ਹੋ ਜਾਂਦਾ ਹੈ ਕਿ ਇਸ ਨਵੀਂ ਪਾਲਿਸੀ ਦਾ ਝੁਕਾਅ ਸੀਨੀਅਰ ਅਧਿਆਪਕਾਂ ਵੱਲ ਕਿੰਨਾ ਜ਼ਿਆਦਾ ਹੈ। ਤੇ ਜਿਹੜੇ ਬਾਕੀ ਦੇ 20 ਪੁਆਇੰਟ ਹਨ ਉਹ ਇਹਨਾਂ ਖਾਸ ਕੈਟੇਗਰੀਜ਼ ਤੋਂ ਮਿਲ ਸਕਦੇ ਨੇ, ਜਿਵੇਂ ਕਿ ਮਹਿਲਾ ਅਧਿਆਪਕਾਂ ਨੂੰ ਵਾਧੂ ਪੁਆਇੰਟ ਮਿਲਣਗੇ, ਦਿਵਿਆਂਗ ਵਿਅਕਤੀਆਂ ਨੂੰ ਮਿਲਣਗੇ, ਫੌਜੀ ਕਰਮਚਾਰੀਆਂ ਦੇ ਜੀਵਨ ਸਾਥੀਆਂ, ਗੰਭੀਰ ਬਿਮਾਰੀ ਵਾਲੇ ਕੇਸਾਂ ਅਤੇ ਸਰਕਾਰੀ ਨੌਕਰੀ ਵਾਲੇ ਜੋੜਿਆਂ ਲਈ ਵੀ ਕੁਝ ਵਾਧੂ ਪੁਆਇੰਟ ਰੱਖੇ ਗਏ ਨੇ। ਪਰ ਰੁਕੋ, ਇਸ ਸਿਸਟਮ ਵਿੱਚ ਸਿਰਫ ਪੁਆਇੰਟ ਮਿਲਦੇ ਹੀ ਨਹੀਂ, ਕੱਟੇ ਵੀ ਜਾਂਦੇ ਨੇ। ਜੇਕਰ ਕਿਸੇ ਟੀਚਰ ਤੇ ਅਨੁਸ਼ਾਸਨੀ ਕਾਰਵਾਈ ਦੇ ਤਹਿਤ ਕੋਈ ਵੱਡੀ ਸਜ਼ਾ ਲੱਗੀ ਹੋਵੇ ਤਾਂ ਉਸ ਦੇ ਕੁੱਲ ਸਕੋਰ ਵਿੱਚੋਂ ਸਿੱਧੇ 10 ਪੁਆਇੰਟ ਘਟਾ ਦਿੱਤੇ ਜਾਣਗੇ। ਇਹ ਇੱਕ ਤਰ੍ਹਾਂ ਨਾਲ ਪੇਸ਼ੇਵਰਾਨਾ ਵਿਵਹਾਰ ਨੂੰ ਮਹੱਤਵ ਦੇਣ ਦਾ ਤਰੀਕਾ ਹੈ। ਖੈਰ, ਹੁਣ ਜਦੋਂ ਆਪਾਂ ਨਿਯਮ ਤੇ ਸਕੋਰਿੰਗ ਸਿਸਟਮ ਸਮਝ ਲਿਆ ਹੈ ਤਾਂ ਹੁਣ ਦੇਖਦੇ ਹਾਂ ਕਿ ਟ੍ਰਾਂਸਫਰ ਦੀ ਪ੍ਰਕਿਰਿਆ ਅਸਲ ਵਿੱਚ ਚੱਲਦੀ ਕਿਵੇਂ ਹੈ, ਬਿਲਕੁਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ। ਇਹ ਸਾਰੀ ਪ੍ਰਕਿਰਿਆ ਆਨਲਾਈਨ ਹੈ ਤੇ ਇਸ ਦੇ 4 ਮੁੱਖ ਪੜਾਅ ਨੇ। ਸਭ ਤੋਂ ਪਹਿਲਾਂ ਹਰ ਟੀਚਰ ਨੂੰ ਆਪਣਾ ਡਾਟਾ MIS ਪੋਰਟਲ ਤੇ ਚੈੱਕ ਤੇ ਵੈਰੀਫਾਈ ਕਰਨਾ ਪੈਂਦਾ ਹੈ। ਫਿਰ ਵਿਭਾਗ ਖਾਲੀ ਪੋਸਟਾਂ ਦੀ ਲਿਸਟ ਜਾਰੀ ਕਰਦਾ ਹੈ। ਇਸ ਤੋਂ ਬਾਅਦ ਟੀਚਰ ਆਪਣੀ ਪਸੰਦ ਦੇ ਸਕੂਲ ਭਰਦੇ ਨੇ ਤੇ ਅਖੀਰ ਵਿੱਚ ਸਿਸਟਮ ਮੈਰਿਟ ਦੇ ਹਿਸਾਬ ਨਾਲ ਟ੍ਰਾਂਸਫਰ ਆਰਡਰ ਜਾਰੀ ਕਰ ਦਿੰਦਾ ਹੈ। ਇੱਥੇ ਇੱਕ ਬਹੁਤ ਹੀ ਕੁਦਰਤੀ ਸਵਾਲ ਪੈਦਾ ਹੁੰਦਾ ਹੈ। ਜੇਕਰ 2 ਟੀਚਰਾਂ ਦੇ ਮੈਰਿਟ ਪੁਆਇੰਟ ਬਿਲਕੁਲ ਬਰਾਬਰ ਆ ਜਾਣ, ਫਿਰ ਕੀ ਹੋਵੇਗਾ? ਪਹਿਲ ਕਿਸ ਨੂੰ ਮਿਲੇਗੀ? ਖੁਸ਼ਕਿਸਮਤੀ ਨਾਲ ਪਾਲਿਸੀ ਵਿੱਚ ਇਸ ਦਾ ਵੀ ਸਪਸ਼ਟ ਜਵਾਬ ਹੈ।
ਖੈਰ ਇਸ ਦਾ ਜਵਾਬ ਬਿਲਕੁਲ ਸਿੱਧਾ ਤੇ ਸਾਫ਼ ਹੈ। ਪਾਲਿਸੀ ਦੇ 3 ਸਟੈਪ ਨੇ। ਸਟੈਪ 1, ਸਭ ਤੋਂ ਪਹਿਲਾਂ ਦੇਖਿਆ ਜਾਵੇਗਾ ਕਿ ਉਮਰ ਕਿਸ ਦੀ ਜ਼ਿਆਦਾ ਹੈ। ਜਿਸ ਦੀ ਉਮਰ ਵੱਧ ਉਸ ਨੂੰ ਪਹਿਲ ਮਿਲੇਗੀ। ਸਟੈਪ 2, ਜੇ ਉਮਰ ਵੀ ਬਰਾਬਰ ਨਿਕਲੀ ਤਾਂ ਫਿਰ ਮਹਿਲਾ ਅਧਿਆਪਕ ਨੂੰ ਤਰਜੀਹ ਦਿੱਤੀ ਜਾਏਗੀ। ਤੇ ਜੇ ਗੱਲ ਇੱਥੇ ਵੀ ਨਾ ਬਣੇ ਤਾਂ ਸਟੈਪ 3, ਫਿਰ ਅੰਗਰੇਜ਼ੀ ਅਲਫਾਬੈਟ ਦੇ ਹਿਸਾਬ ਨਾਲ ਜਿਸ ਦਾ ਨਾਂ ਪਹਿਲਾਂ ਆਉਂਦਾ ਹੈ ਬਾਜ਼ੀ ਉਹ ਮਾਰ ਜਾਵੇਗਾ। ਚਲੋ ਹੁਣ ਆਖਰੀ ਭਾਗ ਵੱਲ ਵਧਦੇ ਹਾਂ। ਇੱਥੇ ਆਪਾਂ ਕੁਝ ਖਾਸ ਨਿਯਮਾਂ ਤੇ ਨਜ਼ਰ ਮਾਰਾਂਗੇ ਜਿਨ੍ਹਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਕੋਈ ਭੁਲੇਖਾ ਨਾ ਰਹੇ। ਇਹਨਾਂ ਵਿੱਚ ਕੁਝ ਬਹੁਤ ਅਹਿਮ ਗੱਲਾਂ ਨੇ। ਪਹਿਲੀ, ਮੇਵਾਤ ਕਾਡਰ ਦੇ ਟੀਚਰ ਉਸੇ ਕਾਡਰ ਯਾਨੀ ਨੂੰ ਜ਼ਿਲ੍ਹੇ ਵਿੱਚ ਹੀ ਰਹਿਣਗੇ। ਦੂਜੀ, ਜੇ ਟ੍ਰਾਂਸਫਰ ਆਰਡਰ ਨਾਲ ਕੋਈ ਸਮੱਸਿਆ ਹੈ ਤਾਂ 15 ਦਿਨਾਂ ਦੇ ਅੰਦਰ ਆਨਲਾਈਨ ਸ਼ਿਕਾਇਤ ਕਰਨ ਦਾ ਮੌਕਾ ਹੈ। ਤੀਜੀ ਤੇ ਸਭ ਤੋਂ ਜ਼ਰੂਰੀ ਗੱਲ, ਕਿਸੇ ਵੀ ਤਰ੍ਹਾਂ ਦੀ ਸਿਫਾਰਿਸ਼ ਜਾਂ ਦਬਾਅ ਪਾਉਣ ਦੀ ਸਖਤ ਮਨਾਹੀ ਹੈ। ਅਤੇ ਆਖਰੀ ਗੱਲ, ਆਮ ਤੌਰ ਤੇ ਟ੍ਰਾਂਸਫਰ ਸਾਲ ਵਿੱਚ ਸਿਰਫ ਇੱਕ ਵਾਰੀ ਹੋਵੇਗੀ। ਤਾਂ ਅਖੀਰ ਵਿੱਚ ਇੱਕ ਵੱਡਾ ਸਵਾਲ ਬਚਦਾ ਹੈ। ਇਹ ਨਵੀਂ ਨੀਤੀ ਜੋ ਉਮਰ ਨੂੰ ਇੰਨੀ ਜ਼ਿਆਦਾ ਅਹਿਮੀਅਤ ਦਿੰਦੀ ਹੈ ਅਤੇ ਪੂਰੀ ਤਰ੍ਹਾਂ ਡਿਜੀਟਲ ਹੈ, ਆਉਣ ਵਾਲੇ ਸਮੇਂ ਵਿੱਚ ਹਰਿਆਣਾ ਦੇ ਸਕੂਲੀ ਸਿਸਟਮ ਤੇ ਕੀ ਅਤੇ ਕਿਹੋ ਜਿਹਾ ਅਸਰ ਪਾਵੇਗੀ? ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ।